ਨਮਸਕਾਰ। ਖਾਸ ਖਬਰ ਇੱਕ ਨਜ਼ਰ ਵੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ। ਖਾਸ ਖਬਰ ਇੱਕ ਨਜ਼ਰ ਦੇ ਵਿੱਚ ਅੱਜ ਅਸੀਂ ਝਾਤ ਪਾਵਾਂਗੇ ਅੱਜ ਦੀਆਂ ਸੁਰਖੀਆਂ ਤੇ ਇਹਨਾਂ ਸੁਰਖੀਆਂ ਤੇ ਗੱਲਬਾਤ ਕਰਨ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਸ਼੍ਰੀ ਰਾਜੀਵ ਭਾਸਕਰ ਜੀ। ਭਾਸਕਰ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਖਾਸ ਖਬਰ ਇੱਕ ਨਜ਼ਰ ਵਿੱਚ। ਪਹਿਲੀ ਖਬਰ ਦੇ ਵੱਲ ਅਸੀਂ ਰੁਖ ਕਰਦੇ ਹਾਂ। ਦੁਨੀਆ ਭਰ ਦੇ ਵਿੱਚ ਕਰੋਨਾ ਵਾਇਰਸ ਦੇ ਜਿਹੜੇ ਮਾਮਲੇ ਨੇ ਉਹ ਵੱਧਦੇ ਨਜ਼ਰ ਆ ਰਹੇ ਨੇ। ਕਈ ਦੇਸ਼ ਵਾਪਸ ਲੋਕਡਾਊਨ ਦਾ ਰੁਖ ਕਰ ਰਹੇ ਨੇ। ਪੰਜਾਬ ਦੀ ਜੇ ਗੱਲ ਕਰੀਏ ਤੇ ਕੱਲ ਸਿਰਫ ਐਤਵਾਰ ਦੇ ਦਿਨ ਦੀ ਤੇ 710 ਮਰੀਜ਼ ਜਿਹੜੇ ਨੇ ਕਰੋਨਾ ਵਾਇਰਸ ਦੇ ਉਹ ਪਾਏ ਗਏ ਨੇ। 19 ਮੌਤਾਂ ਦਾ ਆંકੜਾ ਜਿਹੜਾ ਹੈ ਉਹ ਪੰਜਾਬ ਦਾ ਹੈ। ਰਾਜੀਵ ਜੀ, ਇਹ ਸਥਿਤੀ ਜਿਹੜੀ ਖਾਸ ਤੌਰ ਤੇ ਪੰਜਾਬ, ਹਿਮਾਚਲ ਅਤੇ ਯੂਪੀ ਦੇ ਵਿੱਚ ਇੰਨੀ ਗੰਭੀਰ ਨਜ਼ਰ ਆ ਰਹੀ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਖਾਸ ਟੀਮਾਂ ਇਹਨਾਂ ਸੂਬਿਆਂ ਦੇ ਵਿੱਚ ਕਰੋਨਾ ਵਾਇਰਸ ਦੇ ਇਲਾਜ ਦੇ ਵਿੱਚ ਮਦਦ ਕਰਨ ਦੇ ਲਈ ਭੇਜੀਆਂ ਜਾ ਰਹੀਆਂ ਨੇ। ਇੱਕ ਪੂਰੀ ਸਥਿਤੀ ਦਾ ਅਸੀਂ ਤੁਹਾਡੇ ਤੋਂ ਜਾਇਜ਼ਾ ਲੈਣਾ ਚਾਹਾਂਗੇ। ਜਦੋਂ ਤੋਂ ਭਾਰਤ ਦੇ ਵਿੱਚ ਕਰੋਨਾ ਦੀ ਸ਼ੁਰੂਆਤ ਹੋਈ ਹੈ, ਵੈਸੇ ਸ਼ੁਰੂਆਤ ਤੇ ਜਨਵਰੀ ਦੇ ਵਿੱਚ ਹੋ ਗਈ ਸੀਗੀ ਜੀ। ਜਦੋਂ ਤੁਹਾਨੂੰ ਯਾਦ ਹੋਏਗਾ ਟਰੰਪ ਉਹਨਾਂ ਵਿਜ਼ਿਟ ਕੀਤਾ ਸੀਗਾ ਜਿਹੜਾ ਅਹਿਮਦਾਬਾਦ ਸਾਈਡ ਦਾ ਜੀ, ਤਦ ਵੀ ਕਰੋਨਾ ਦਾ ਪਹਿਲੇ 1-2 ਕੇਸ ਆ ਚੁੱਕੇ ਸੀ। 22 ਮਾਰਚ ਨੂੰ ਜਨਤਾ ਕਰਫਿਊ ਲੱਗਿਆ ਜੀ। 25 ਮਾਰਚ ਤੋਂ ਲੋਕਡਾਊਨ ਹੋਇਆ ਜੀ। ਫਿਰ ਅਨਲੌਕ 1, ਅਨਲੌਕ 2, ਅਨਲੌਕ 3, ਅਨਲੌਕ 4। ਜਦ ਅਸੀਂ ਲੋਕਡਾਊਨ ਲਾਇਆ ਸੀਗਾ ਤਦ ਕੇਸ ਸੀਗੇ ਮੇਰੇ ਖਿਆਲ ਨਾਲ 500। 25 ਮਾਰਚ ਨੂੰ 500 ਤੋਂ ਘੱਟ ਕੇਸ ਸੀਗੇ ਜੀ। ਅੱਜ ਅਸੀਂ ਬੈਠੇ ਹਾਂ 90,91 ਲੱਖ ਕੇਸ। ਯਾਨੀ ਇਸ ਸਾਰੇ ਪੀਰੀਅਡ ਦੇ ਵਿੱਚ ਕਰੋਨਾ ਦੇ ਕੇਸਿਸ ਤੇ ਵਧੇ ਹੀ ਨੇ। ਪਰ ਉਹਦੇ ਨਾਲ ਨਾਲ ਜਦ ਅਸੀਂ ਲੋਕਡਾਊਨ ਲਾਇਆ ਸੀਗਾ ਔਰ ਅਨਲੌਕ 4, 5 ਲਾਇਆ ਜੀ, ਇਸ ਦੌਰਾਨ ਲਗਾਤਾਰ ਵੈਕਸੀਨ ਦੀ ਗੱਲਾਂ ਚੱਲਦੀ ਰਹੀ ਕਿ ਜਦੋਂ ਕਰੋਨਾ ਦੀ ਵੈਕਸੀਨ ਬਣੇਗੀ ਤਦ ਕਰੋਨਾ ਨੂੰ ਅਸੀਂ ਨਿਪਟ ਸਕਦੇ ਹਾਂ, ਕਰੋਨਾ ਦੇ ਖਿਲਾਫ ਛੇੜੀ ਗਈ ਜੰਗ ਨੂੰ ਅਸੀਂ ਜਿੱਤ ਸਕਦੇ ਹਾਂ। ਪਰ ਅੱਜ ਵੀ ਅਸੀਂ ਉਸ ਹਾਲਾਤ ਵਿੱਚ ਹੀ ਖੜੇ ਹਾਂ। ਵੈਕਸੀਨ ਦੀ ਗੱਲਾਂ ਜ਼ਰੂਰ ਹੋ ਰਹੀ ਹੈ ਔਰ ਕਿਹਾ ਵੀ ਜਾ ਰਿਹਾ ਹੈ ਕਿ ਅੱਜ ਵੀ ਪ੍ਰਧਾਨ ਮੰਤਰੀ ਮੋਦੀ ਉਹਨਾਂ ਦੀ ਮੀਟਿੰਗ ਹੈਗੀ ਹੈ 8 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ, ਜਿੱਥੇ ਕਰੋਨਾ ਸਭ ਤੋਂ ਜ਼ਿਆਦਾ ਹੈ। ਔਰ ਉਹਨਾਂ ਨਾਲ ਵੈਕਸੀਨ ਦੀ ਡਿਸਟ੍ਰੀਬਿਊਸ਼ਨ ਦੇ ਮਾਮਲੇ ਦੇ ਵਿੱਚ ਇੱਕ ਫੋਰਸ ਬਣਾਉਣ ਦੀ ਵੀ ਗੱਲ ਕੀਤੀ ਜਾ ਰਹੀ ਹੈ। ਔਰ ਇੱਥੇ ਤੱਕ ਕਿ ਕੁਝ ਵੈਕਸੀਨਸ ਨੇ ਤੇ ਆਪਣੇ ਰੇਟ ਵੀ ਕੱਢ ਦਿੱਤੇ ਨੇ। ਅੱਜ ਵੀ ਆਇਆ ਕਿ ਅਮਰੀਕਨ ਕੰਪਨੀ ਨੇ ਕਿ 1800 ਰੁਪਏ ਤੋਂ ਲੈ ਕੇ 2750 ਰੁਪਏ ਤੱਕ ਦੀ ਉਹ ਵੈਕਸੀਨ ਲੋਕਾਂ ਨੂੰ ਮਿਲੇਗੀ। ਪਰ ਉਹ ਮਿਲੇਗੀ ਕਦੋਂ ਤੇ ਕਿਸ ਤਰ੍ਹਾਂ ਮਿਲੇਗੀ, ਕੌਣ ਵੰਡੇਗਾ, ਉਹਦੇ ਵਾਸਤੇ ਪ੍ਰਧਾਨ ਮੰਤਰੀ ਜਾਂ ਸਰਕਾਰੀ ਪੱਧਰ ਦੇ ਉੱਤੇ ਇੱਕ ਵਰਕ ਫੋਰਸ ਬਣਾਉਣ ਦੀ ਗੱਲ ਕੀਤੀ ਗਈ ਹੈ। ਇੱਕ ਮੈਨੇਜਮੈਂਟ ਸਿਸਟਮ ਬਣਾਉਣ ਦੀ ਗੱਲ ਕੀਤੀ ਗਈ ਹੈ ਤਾਂ ਕਿ ਜਿਨ੍ਹਾਂ ਨੂੰ ਵੈਕਸੀਨ ਦੀ ਸਭ ਤੋਂ ਜ਼ਿਆਦਾ ਲੋੜ ਹੈ ਉਹਨਾਂ ਨੂੰ ਸਭ ਤੋਂ ਪਹਿਲੇ ਵੈਕਸੀਨ ਮਿਲੇ। ਵੈਕਸੀਨ ਕਦੋਂ ਆਏਗੀ ਉਹ ਹਜੇ ਫਿਰ ਵੀ ਇੱਕ ਲਾਸਟ ਫੇਸ ਦੇ ਵਿੱਚ ਉਸ ਵੈਕਸੀਨ ਦਾ ਟੈਸਟ ਚੱਲ ਰਹੇ ਨੇ, ਸਾਰੀ ਵੈਕਸੀਨ ਦੇ ਟੈਸਟ ਚੱਲ ਰਹੇ ਨੇ। ਪਰ ਜਦੋਂ ਆਏਗੀ ਉਹ ਵੰਡੀ ਕਿੱਦਾਂ ਜਾਏਗੀ ਉਹਦੇ ਵਾਸਤੇ ਵੀ ਤਿਆਰੀਆਂ ਚੱਲ ਰਹੀਆਂ। ਹੁਣ ਕਰੋਨਾ ਦੇ ਇੱਕ ਸੈਕਿੰਡ ਵੇਵ ਦੀ ਗੱਲ ਵੀ ਕਾਫੀ ਲੋਕ ਕਰਦੇ ਨੇ ਕਿ ਆਉਣ ਵਾਲੇ ਟਾਈਮ ਵਿੱਚ ਸੈਕਿੰਡ ਵੇਵ ਆ ਸਕਦੀ ਹੈ ਜਾਂ ਉਹ ਵੇਵ ਕਿੱਦਾਂ ਦੀ ਹੋਏਗੀ, ਉਹਦੇ ਨਾਲ ਕਰੋਨਾ ਹੋਰ ਜ਼ਿਆਦਾ ਵੱਧ ਸਕਦਾ ਹੈ। ਜਿੱਦਾਂ ਅਸੀਂ ਦਿੱਲੀ ਦੇ ਵਿੱਚ ਦੇਖਿਆ, ਜੋ ਕੇਸਿਸ ਇੱਕ ਟਾਈਮ ਤੇ ਇੱਦਾਂ ਲੱਗਦਾ ਸੀ ਵੀ ਸ਼ਾਇਦ ਦਿੱਲੀ ਦੇ ਵਿੱਚ ਕਰੋਨਾ ਖਤਮ ਹੋ ਗਿਆ ਔਰ ਪਿਛਲੇ 10-15 ਦਿਨਾਂ ਦੇ ਵਿੱਚ ਜਿਸ ਤਰੀਕੇ ਨਾਲ ਦਿੱਲੀ ਦੇ ਵਿੱਚ ਕਰੋਨਾ ਦੇ ਕੇਸਿਸ ਦੀ ਸੰਖਿਆ ਵਧੀ ਹੈ, ਯਾਨੀ ਕਦੀ 6000, 7000 ਜਾਂ 10000 ਵੀ ਟੱਚ ਕੀਤੀ ਹੈ, ਉਸ ਹਿਸਾਬ ਨਾਲ ਉੱਥੇ ਤਿਆਰੀਆਂ ਕੀਤੀ ਜਾ ਰਹੀਆਂ। ਔਰ ਇੱਥੇ ਤੱਕ ਕਿ ਗੁਜਰਾਤ, ਹੋਰ ਕਈ ਸੂਬਿਆਂ ਦੇ ਵਿੱਚ ਨਾਈਟ ਕਰਫਿਊ ਦੀ ਗੱਲ ਹੋਈ ਹੈ, ਲੋਕਡਾਊਨ ਦੀ ਗੱਲ ਹੋਈ ਹੈ ਔਰ ਹੋਰ ਤਰੀਕੇ ਦੇ ਪ੍ਰੀਕਾਸ਼ਨਸ ਲੈਣ ਦੀ ਗੱਲ ਹੋਈ ਹੈ। ਯੂਰਪ ਦੇ ਵਿੱਚ ਅਸੀਂ ਪਹਿਲੇ ਵੀ ਦੇਖਿਆ ਕਿ ਇੱਕ ਵਾਰ ਸਾਰਾ ਕੁਝ ਖੁੱਲ ਗਿਆ ਸੀਗਾ, ਉਸ ਤੋਂ ਬਾਅਦ ਕਈ ਬ੍ਰਾਜ਼ੀਲ ਕਹਿ ਲਓ ਜਾਂ ਹੋਰ ਜਿਹੜਾ UK ਕਹਿ ਲਓ, ਉਹਦੇ ਵਿੱਚ ਵੀ ਕਾਫੀ ਜਗ੍ਹਾ ਤੋਂ ਲੋਕਡਾਊਨ ਲਾਉਣ ਦੀ ਤਿਆਰੀ ਨਹੀਂ ਬਲਕਿ ਲਾ ਦਿੱਤਾ ਗਿਆ। ਉਹੀ ਹੀ ਸਿਚੁਏਸ਼ਨ ਇੰਡੀਆ ਦੇ ਵਿੱਚ ਹੈ। ਅੱਜ ਅਸੀਂ ਭਾਵੇਂ ਪੰਜਾਬ ਵਿੱਚ ਬੈਠੇ ਹਾਂ, ਪੰਜਾਬ ਦੇ ਵਿੱਚ ਕੇਸਿਸ ਦੀ ਮਾਤਰਾ ਭਾਵੇਂ ਘੱਟ ਹੋਏ, ਪਰ ਤੁਸੀਂ ਅੱਜ ਹੀ ਇਹ ਖਬਰ ਪੜ੍ਹੋਗੇ ਕਿ ਕੁਝ ਟੀਮਾਂ ਸਪੈਸ਼ਲ ਕੇਂਦਰ ਵੱਲੋਂ ਪੰਜਾਬ ਤੇ ਹਿਮਾਚਲ ਦੇ ਵਿੱਚ ਭੇਜੀ ਜਾ ਰਹੀ ਹੈ। ਔਰ ਹਿਮਾਚਲ ਅੱਜ 10:30 ਵਜੇ ਉਹਨਾਂ ਦੇ CM ਦੀ ਇੱਕ ਮੀਟਿੰਗ ਹੈਗੀ ਹੈ ਜਿਹਦੇ ਵਿੱਚ ਇਸ ਗੱਲ ਦਾ ਫੈਸਲਾ ਲਿੱਤਾ ਜਾਏਗਾ ਕਿ ਕੀ ਨਾਈਟ ਕਰਫਿਊ ਜਾਂ ਹੋਰ ਲੋਕਡਾਊਨ, ਸਕੂਲ ਬੰਦ ਕਰਨ ਦਾ ਕੀ ਫੈਸਲਾ ਹੋਣਾ ਚਾਹੀਦਾ ਹੈ। ਇਹ ਫੈਸਲੇ ਇਸ ਗੱਲ ਨੂੰ ਇੰਡੀਕੇਟ ਕਰਦੇ ਨੇ ਕਿ ਅੱਗੇ ਚੱਲ ਕੇ ਕਰੋਨਾ ਵੱਧ ਸਕਦਾ ਹੈ। ਜਦ ਤੱਕ ਵੈਕਸੀਨ ਆਮ ਲੋਕਾਂ ਨੂੰ ਨਹੀਂ ਮਿਲਦੀ ਤਦ ਤੱਕ ਕਰੋਨਾ ਤੋਂ ਬਚਣਾ ਆਮ ਲੋਕਾਂ ਦੀ ਜ਼ਿੰਮੇਵਾਰੀ ਵੀ ਹੈਗੀ ਹੈ। ਔਰ ਜਿਸ ਤਰ੍ਹਾਂ ਵੱਡੇ ਵੱਡੇ ਇਸ਼ਤਿਹਾਰ ਵੀ ਲੱਗੇ ਹੋਏ ਨੇ, ਮਾਸਕ ਹੀ ਵੈਕਸੀਨ ਹੈਗੀ ਹੈ ਤੇ ਉਸ ਮਾਸਕ ਨੂੰ ਪਹਿਨ ਕੇ ਰੱਖੋ, ਆਪਣੇ ਆਪ ਨੂੰ ਬਚਾਓ, ਕਿਉਂਕਿ ਜਦ ਤੱਕ ਇਹ ਵੈਕਸੀਨ ਨਹੀਂ ਆਉਂਦੀ ਤਦ ਤੱਕ ਮੁਸ਼ਕਿਲ ਹੈ। ਕਿਉਂਕਿ ਕਰੋਨਾ ਆਮ ਵਿਅਕਤੀ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਸਾਨੂੰ ਨਹੀਂ ਹੋ ਸਕਦਾ, ਲੇਕਿਨ ਅਗਰ ਤੁਸੀਂ ਉਹ ਤੋਂ ਬਚੋਗੇ ਤਾਂ ਨਹੀਂ ਹੋ ਸਕਦਾ। ਲੇਕਿਨ
ਅਗਰ ਤੁਸੀਂ ਆਪ ਹੀ ਟੱਕਰ ਮਾਰੋਗੇ ਕਰੋਨਾ ਨੂੰ ਜਾ ਕੇ ਤੇ ਤੁਹਾਨੂੰ ਕੌਣ ਬਚਾਏਗਾ? ਯਾਨੀ ਭੀੜ ਭਾੜ ਵਾਲੇ ਏਰੀਆ ਦੇ ਵਿੱਚ ਵਿਦਆਊਟ ਮਾਸਕ ਤੁਸੀਂ ਘੁੰਮ ਰਹੇ ਹੋ ਤੇ ਤੁਹਾਨੂੰ ਬਚਾਉਣ ਵਾਸਤੇ ਤੇ ਫਿਰ ਰੱਬ ਹੀ ਹੈਗਾ। ਔਰ ਫਿਰ ਜੇ ਤੁਸੀਂ ਰੱਬ ਭਰੋਸੇ ਸਭ ਕੁਝ ਛੱਡਣਾ ਹੈ, ਕੋਈ ਗੱਲ ਨਹੀਂ, ਜੋ ਮਰਜ਼ੀ ਕਰੋ, ਪਰ ਮੇਰੀ ਲੋਕਾਂ ਨੂੰ ਇਹ ਅਪੀਲ ਹੈ ਕਿ ਆਪਣੀ ਇੱਕ ਤਰੀਕੇ ਨਾਲ ਆਪਣੇ ਆਪ ਨੂੰ ਕਰੋਨਾ ਤੋਂ ਆਪ ਬਚਾਉਣਾ। ਜੀ, ਸਰਕਾਰ ਨੇ ਤਾਂ ਵਾਪਸ ਕਰੋਨਾ ਵਾਇਰਸ ਨੂੰ ਲੈ ਕੇ ਗੰਭੀਰਤਾ ਦਾ ਜਿਹੜਾ ਰੁਖ ਹੈ ਉਹ ਅਪਣਾ ਲਿਆ ਤੇ ਲੋਕਾਂ ਦੇ ਵੱਲੋਂ ਗੰਭੀਰਤਾ ਦੀ ਹੈ ਜਿਹੜੀ ਹਜੇ ਵੀ ਉਡੀਕ ਕੀਤੀ ਜਾ ਰਹੀ ਹੈ। ਅਸੀਂ ਦੂਸਰੀ ਖਬਰ ਦੇ ਵੱਲ ਰੁਖ ਕਰਦੇ ਹਾਂ। ਰੇਲ ਮੰਤਰਾਲੇ ਨੇ ਹੁਣ ਪੰਜਾਬ ਦੇ ਵਿੱਚ ਮੁੜ ਗੱਡੀਆਂ ਦਾ ਜਿਹੜੀ ਆਵਾਜਾਈ ਹੈ ਉਸ ਨੂੰ ਸ਼ੁਰੂ ਕਰਨ ਦੇ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਅੱਜ ਯਾਨੀ ਸੋਮਵਾਰ ਤੋਂ ਰੇਲ ਮਾਰਗਾਂ ਦੀ ਜਾਂਚ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ। ਨਾਲ ਦੀ ਨਾਲ 17 ਰੇਲ ਗੱਡੀਆਂ ਜਿਹੜੀਆਂ ਨੇ ਉਹ ਚਲਾਈਆਂ ਜਿਹੜੀਆਂ ਜਾਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ, ਉਹਨਾਂ ਦਾ ਐਲਾਨ ਵੀ ਕਰ ਦਿੱਤਾ ਗਿਆ। ਤੁਸੀਂ ਹੁਣੇ ਬਦਲਦੀ ਸਥਿਤੀ ਨੂੰ ਕਿਵੇਂ ਵੇਖਦੇ ਹੋ? ਜਦ ਕਿਸਾਨਾਂ ਦਾ ਅੰਦੋਲਨ ਸ਼ੁਰੂ ਹੋਇਆ ਸੀਗਾ ਤਦ ਸੂਬੇ ਦੀ ਸਰਕਾਰ ਔਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਵੀ ਉਸ ਅੰਦੋਲਨ ਦਾ ਸਾਥ ਦਿੱਤਾ ਸੀਗਾ। ਪਰ ਬਾਅਦ ਚੋਂ ਜਦ ਇਹ ਅੰਦੋਲਨ ਪੰਜਾਬ ਦੀ ਇਕਨੋਮੀ ਨੂੰ ਹਿਲਾ ਗਿਆ, ਯਾਨੀ ਹਿਲਾ ਕੇ ਰੱਖਤਾ, ਤਦ ਯਾਦ ਆਇਆ ਕਿ ਅਗਰ ਇਹ ਟ੍ਰੇਨਾਂ ਜਾਂ ਮਾਲ ਗੱਡੀਆਂ ਛੇਤੀ ਨਹੀਂ ਕਿਤੇ ਚਲੀਆਂ ਤੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਣਾ ਹੈ। ਹੁਣ ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਦਾ ਸਮਰਥਨ ਭਾਵੇਂ ਉਹ ਰੂਲਿੰਗ ਪਾਰਟੀ ਕਾਂਗਰਸ ਹੋਏ ਜਾਂ ਫਿਰ ਅਕਾਲੀ ਦਲ ਹੋਏ ਜਾਂ ਫਿਰ ਆਮ ਆਦਮੀ ਪਾਰਟੀ, ਹੁਣ ਉਹਨਾਂ ਨੂੰ ਕਿਸਾਨਾਂ ਨੂੰ ਸਮਝਾਉਣਾ ਬੜਾ ਔਖਾ ਹੋ ਗਿਆ ਕਿ ਜੇ ਤੁਸੀਂ ਅਗਰ ਟਰੈਕ ਖਾਲੀ ਨਹੀਂ ਕਰਦੇ ਤੇ ਪੰਜਾਬ ਦੀ ਇਕਨੋਮੀ ਬੜੀ ਖਤਰੇ 'ਚ ਆ ਸਕਦੀ ਹੈ। ਇੱਥੇ ਤੱਕ ਕਿ ਬਿਜਲੀ ਖਤਮ ਹੋਣ ਕਰਕੇ, ਕਿ ਕੋਇਲਾ ਨਹੀਂ ਹੈਗਾ, ਜਿਹਦੇ ਕਰਕੇ ਬਲੈਕਆਊਟ ਹੋ ਸਕਦਾ ਹੈ। ਬੜੀ ਗੱਲਬਾਤ ਦੇ ਦੌਰ ਚੱਲੇ। ਉਸ ਤੋਂ ਬਾਅਦ ਕੇਂਦਰ ਨੇ ਵੀ ਇੱਕ ਕੜਾ ਰੁਖ ਅਪਣਾ ਲਿਆ ਕਿ ਅਗਰ ਟਰੈਕ ਤੋਂ ਕਿਸਾਨ ਨਹੀਂ ਉੱਠਣਗੇ ਤੇ ਅਸੀਂ ਪੰਜਾਬ ਦੇ ਵਿੱਚ ਇੱਕ ਵੀ ਗੱਡੀ ਨਹੀਂ ਭੇਜਾਂਗੇ। ਮੁੱਖ ਮੰਤਰੀ ਨੇ ਆਪਣੇ ਲੈਵਲ ਤੇ ਗੱਲਬਾਤ ਕਰਕੇ ਇਹ ਗੱਲ ਕਹੀ ਉਹਨਾਂ ਨੂੰ ਕਿ ਨਹੀਂ ਜੀ ਹੁਣ ਹਟ ਗਏ, ਲੇਕਿਨ ਕੇਂਦਰ ਸਰਕਾਰ ਨੇ ਫਿਰ 13 ਇੱਦਾਂ ਦੀ ਜਗ੍ਹਾ ਦੱਸੀ ਜਿੱਥੇ ਹਜੇ ਵੀ ਟਰੈਕ ਤੇ ਕਿਸਾਨ ਬੈਠੇ ਹੋਏ ਨੇ। ਇਸ ਸਾਰੀ ਗੱਲਬਾਤ ਦੇ ਵਿੱਚ ਤਕਰੀਬਨ ਮਹੀਨੇ ਤੋਂ ਇੱਕ ਡੈਡਲੌਕ ਜਿਹਾ ਬਣਿਆ ਹੋਇਆ ਸੀ। ਹੁਣ ਉਹ ਡੈਡਲੌਕ ਖਤਮ ਹੋਇਆ। ਕਿਸਾਨਾਂ ਨੇ ਵੀ ਇਸ ਗੱਲ ਦਾ ਆਸ਼ਵਾਸਨ ਦਿੱਤਾ ਹੈ ਕਿ ਅਸੀਂ ਹੁਣ ਟਰੈਕ ਤੇ ਨਹੀਂ ਬੈਠਾਂਗੇ ਔਰ ਟ੍ਰੇਨਾਂ ਭਾਵੇਂ ਉਹ ਪੈਸੇਂਜਰ ਟ੍ਰੇਨਾਂ ਹੋਣ ਜਾਂ ਫਿਰ ਮਾਲ ਗੱਡੀਆਂ ਹੋਣ ਉਹਨਾਂ ਨੂੰ ਅਲਾਓ ਕਰਾਂਗੇ, ਪਰ 15 ਦਿਨ। ਅਗਰ 15 ਦਿਨ ਤੱਕ ਕੇਂਦਰ ਨੇ ਗੱਲਬਾਤ ਦੇ ਰਾਹੀਂ ਇਸ ਮਸਲੇ ਦਾ ਹੱਲ ਨਹੀਂ ਕੀਤਾ ਤੇ ਫਿਰ 15 ਦਿਨ ਤੋਂ ਬਾਅਦ ਕਿਸਾਨ ਫਿਰ ਟਰੈਕ ਤੇ ਆ ਸਕਦੇ ਨੇ। ਇਸ ਗੱਲ ਦੀ ਧਮਕੀ ਕਹਿ ਲਓ, ਇਸ ਗੱਲ ਦੀ ਚੇਤਾਵਨੀ ਕਹਿ ਲਓ, ਉਹ ਵੀ ਕਿਸਾਨਾਂ ਨੇ ਦਿੱਤੀ ਹੈ। ਇੱਦਾਂ ਦੇ ਹਾਲਾਤ ਵਿੱਚ ਕੇਂਦਰ ਸਰਕਾਰ ਨੂੰ ਵੀ ਇਸ ਗੱਲ ਦੇ ਬਾਰੇ 'ਚ ਸੋਚਣਾ ਚਾਹੀਦਾ ਹੈ ਕਿ ਜੋ ਕੋਈ ਵੀ ਫੈਸਲਾ ਉਹਨਾਂ ਨੇ ਕਰਨਾ ਹੈ ਔਰ ਜਿਸ ਤਰੀਕੇ ਨਾਲ ਵੀ ਕਿਸਾਨਾਂ ਦੇ ਨਾਲ ਦੁਬਾਰਾ ਗੱਲਬਾਤ ਸ਼ੁਰੂ ਕਰਨੀ ਹੈ, ਉਹਦੇ ਵਾਸਤੇ ਤਿਆਰੀ ਕਰਨੀ ਚਾਹੀਦੀ ਹੈ। ਤਾਂ ਕੁਝ ਦਿਨਾਂ ਦੇ ਵਿੱਚ ਹੀ ਇਸ ਮਸਲੇ ਦਾ ਹੱਲ ਲੱਭ ਲੈਣਾ ਚਾਹੀਦਾ ਹੈ, ਕਿਉਂਕਿ ਜਿਹੜੇ 3 ਕਾਨੂੰਨ ਕੇਂਦਰ ਸਰਕਾਰ ਕਿਸਾਨਾਂ ਦੇ ਹਿੱਤ 'ਚ ਕਹਿ ਰਹੀ ਹੈ, ਉਹਦਾ ਵਿਰੋਧ ਅਗਰ ਕਿਸਾਨ ਕਰ ਰਹੇ ਨੇ ਤੇ ਇਸ ਮੁੱਦੇ ਨੂੰ ਗੱਲਬਾਤ ਦੇ ਜ਼ਰੀਏ ਹੱਲ ਕੀਤਾ ਜਾ ਸਕਦਾ ਹੈ, ਭਾਵੇਂ ਮੁੱਦਾ ਜੋ ਵੀ ਹੋਏ। ਕਿਉਂਕਿ ਕੇਂਦਰ ਨੇ ਹਮੇਸ਼ਾ ਇੱਕੋ ਹੀ ਗੱਲ ਕਹੀ ਹੈ ਕਿ ਇਹ ਸਾਰੇ ਦੇ ਸਾਰੇ 3 ਕਾਨੂੰਨ ਉਹ ਕਿਸਾਨਾਂ ਦੇ ਹਿੱਤ 'ਚ ਹੈ। ਕਿਸਾਨ ਕਹਿ ਰਹੇ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ ਤੇ ਮੈਨੂੰ ਇਹ ਲੱਗਦਾ ਹੈ ਕਿ ਇਹਨੂੰ ਗੱਲਬਾਤ ਦੇ ਜ਼ਰੀਏ ਹੱਲ ਕਰਨਾ ਦੋਨੋਂ ਸਰਕਾਰਾਂ ਦੀ, ਖਾਸ ਕਰਕੇ ਹੁਣ ਸੂਬੇ ਦੀ ਸਰਕਾਰ ਦੀ ਵੀ ਔਰ ਕੇਂਦਰ ਸਰਕਾਰ ਦੀ ਵੀ ਔਰ ਕਿਸਾਨਾਂ ਦੀ ਵੀ, ਇਹਨਾਂ ਵਾਸਤੇ ਬਹੁਤ ਜ਼ਰੂਰੀ ਹੈ। ਜੀ, ਵਕਤ ਦੀ ਜ਼ਰੂਰਤ ਵੀ ਇਹੀ ਕਹਿ ਰਹੀ ਹੈ। ਹੁਣ ਅਸੀਂ ਪੰਜਾਬ ਤੋਂ ਰੁਖ ਕਰਦੇ ਹਾਂ ਜੰਮੂ ਕਸ਼ਮੀਰ ਵੱਲ। ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਸਾਂਬਾ ਸੈਕਟਰ ਹੈ ਉਸ ਦੇ ਵਿੱਚ ਲੱਗਦੀ ਕਮਾਂਤਰੀ ਸਰਹੱਦ ਤੇ BSF ਦੀ ਜਿਹੜੀ ਟਾਸਕ ਫੋਰਸ ਹੈ ਉਹਦੇ ਵੱਲੋਂ ਇੱਕ ਅੰਡਰਗਰਾਊਂਡ ਸੁਰੰਗ ਜਿਹੜੀ ਹੈ ਉਹ ਮਿਲੀ ਹੈ ਔਰ ਕਿਹਾ ਜਾ ਰਿਹਾ ਹੈ ਕਿ ਇਸ 150 ਮੀਟਰ ਲੰਬੀ ਸੁਰੰਗ ਦਾ ਜਿਹੜਾ ਪ੍ਰਯੋਗ ਹੈ ਉਹ ਅੱਤਵਾਦੀਆਂ ਵੱਲੋਂ ਆਵਾਜਾਈ ਲਈ ਯਾਨੀ ਘੁਸਪੈਠ ਲਈ ਖਾਸ ਤੌਰ ਤੇ ਕੀਤਾ ਜਾ ਰਿਹਾ। ਇਹ ਇੱਕ ਵੱਡੀ ਪ੍ਰਾਪਤੀ ਦੇ ਵਜੋਂ ਵੇਖੀ ਜਾ ਸਕਦੀ ਹੈ। ਗੱਲ ਪ੍ਰਾਪਤੀ ਤੇ ਨਹੀਂ, ਜਦ ਸੁਰੰਗ ਬਣ ਰਹੀ ਸੀਗੀ ਤਦ ਸਾਨੂੰ ਇਹਦੀ ਜਾਣਕਾਰੀ ਨਹੀਂ ਮਿਲੀ ਔਰ ਪਿੱਛੇ ਤੁਸੀਂ ਦੇਖਿਆ ਹੋਏਗਾ ਇੱਕ ਬੜੀ ਵੱਡੀ ਆਤੰਕਵਾਦੀ ਸਾਜ਼ਿਸ਼ ਨੂੰ ਨਾਕਾਮ ਕਰਦਿਆ ਹੋਇਆ 4 ਵੱਡੇ ਆਤੰਕਵਾਦੀਆਂ ਨੂੰ ਮਾਰਿਆ ਗਿਆ। ਉਸ ਤੋਂ ਬਾਅਦ ਪਤਾ ਲੱਗਿਆ ਵੀ ਇਦਾਂ ਦੀ ਕੋਈ ਸੁਰੰਗ ਹੈਗੀ ਹੈ ਜਿਹਦੇ ਜ਼ਰੀਏ ਇਹ 4 ਅੱਤਵਾਦੀ ਘੁਸਪੈਠ ਕਰਨ ਵਿੱਚ ਕਾਮਯਾਬ ਹੋਏ ਸੀ। ਉਸ ਸੁਰੰਗ ਦੇ ਰਾਹੀਂ ਇਹ ਪਤਾ ਲੱਗਿਆ ਦੂਜਾ ਸਿਰਾ ਇਹਦਾ ਪਾਕਿਸਤਾਨ ਵਾਲੀ ਸਾਈਡ ਹੈ। ਹਾਲਾਂਕਿ ਉਸ ਸੁਰੰਗ ਦੇ ਵਿੱਚੋਂ ਨਿਕਲਣਾ ਥੋੜਾ ਜਿਹਾ ਔਖਾ ਤੇ ਹੈ, ਪਰ ਆਏ ਉੱਥੋਂ ਹੀ ਸੀਗੇ। ਯਾਨੀ ਇਹ ਇੱਕ ਬੜੀ ਵੱਡੀ ਕਾਮਯਾਬੀ ਵੀ ਕਹਿ ਸਕਦੇ ਹਾਂ ਅਸੀਂ ਔਰ ਬੜੀ ਵੱਡੀ ਲਾਪਰਵਾਹੀ ਵੀ ਕਹਿ ਸਕਦੇ ਹਾਂ ਕਿ ਜਦ ਇਹ ਸੁਰੰਗ ਬਣ ਰਹੀ ਸੀ ਇਸ ਲਾਪਰਵਾਹੀ ਦੇ ਕਰਕੇ 4 ਅੱਤਵਾਦੀ ਭਾਰਤ ਦੇ ਵਿੱਚ ਘੁਸਣ ਦੇ ਵਿੱਚ ਕਾਮਯਾਬ ਹੋਏ, ਭਾਵੇਂ ਉਹ ਬਾਅਦ ਚੋਂ ਮਾਰੇ ਗਏ। ਜੇ ਕਿਤੇ ਆਪਣੀ ਸਾਜ਼ਿਸ਼ਾਂ ਦੇ ਵਿੱਚ ਉਹ ਕਾਮਯਾਬ ਹੋ ਜਾਂਦੇ ਤੇ ਫਿਰ ਕਿੰਨਾ ਵੱਡਾ ਨੁਕਸਾਨ ਹੋ ਸਕਦਾ ਸੀਗਾ। ਪਰ ਇਸ ਸੁਰੰਗ ਦੇ ਰਾਹੀਂ
ਪਾਕਿਸਤਾਨ ਇੱਕ ਵਾਰ ਫੇਰ ਬੇਨਕਾਬ ਹੋਇਆ ਜੀ। ਪਾਕਿਸਤਾਨ ਅਕਸਰ ਇਹ ਹਰਕਤਾਂ ਕਰਦਾ ਰਿਹਾ ਹੈ ਜਾਂ ਕਰਦਾ ਰਹਿੰਦਾ ਹੈ ਕਿ ਭਾਰਤ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਅਸ਼ਾਂਤੀ ਫੈਲਾਉਣ ਦੀ, ਔਰ ਭਾਰਤ ਦੀ ਫੋਰਸਿਸ, ਆਰਮਡ ਫੋਰਸਿਸ, ਉਹ ਆਪਣੇ ਆਪ ਵਿੱਚ ਆਪਣੀ ਕੈਪੇਬਿਲਿਟੀ ਦੇ ਜ਼ੋਰ ਤੇ, ਬਲ ਤੇ ਉਹਨਾਂ ਨੂੰ ਨਾਕਾਮਯਾਬ ਕਰਦੀ ਰਹੀ ਹੈ। ਪਰ ਚਲੋ ਪਾਕਿਸਤਾਨ ਨੂੰ ਐਕਸਪੋਜ਼ ਕਰਨਾ ਵੀ ਬਹੁਤ ਜ਼ਰੂਰੀ ਹੈਗਾ ਔਰ ਪਾਕਿਸਤਾਨ ਦੀ ਇਸ ਤਰ੍ਹਾਂ ਦੀ ਸਾਜ਼ਿਸ਼ਾਂ ਨੂੰ ਨਾਕਾਮਯਾਬ ਕਰਨਾ ਵੀ ਬਹੁਤ ਜ਼ਰੂਰੀ ਹੈਗਾ। ਇਸ ਸਾਜ਼ਿਸ਼, ਇਸ ਸੁਰੰਗ ਦੇ ਰਾਹੀਂ ਪਾਕਿਸਤਾਨ ਕਿੱਦਾਂ ਦੀ ਸਾਜ਼ਿਸ਼ ਕਰ ਸਕਦਾ ਹੈ, ਇਸ ਗੱਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਔਰ ਇਸ ਮੁੱਦੇ ਨੂੰ ਵੀ ਕੌਮਾਂਤਰੀ ਪੱਧਰ ਤੇ ਉਠਾ ਕੇ ਪਾਕਿਸਤਾਨ ਨੂੰ ਸ਼ਰਮਿੰਦਾ ਔਰ ਉਹਨੂੰ ਚੁੱਪ ਵੀ ਕਰਾਇਆ ਜਾ ਸਕਦਾ। ਜੀ, ਕਾਂਗਰਸ ਦੇ ਵੱਲ ਹੁਣ ਅਸੀਂ ਰੁਖ ਕਰਦੇ ਹਾਂ। ਕਾਂਗਰਸ ਪਾਰਟੀ ਦੇ ਆਗੂ ਗੁਲਾਮ ਨਬੀ ਆਜ਼ਾਦ ਨੇ ਪਾਰਟੀ ਦੇ ਜਿਹੜੀ ਜਥੇਬੰਦੀ ਹੈ, ਕਾਂਗਰਸ ਪਾਰਟੀ ਨੂੰ ਇਹ ਕਿਹਾ ਹੈ ਕਿ ਵੀ ਇਸ ਦੇ ਪੁਨਰ ਗਠਨ ਦੀ ਜ਼ਰੂਰਤ ਹੈ। ਨਾਲ ਦੀ ਨਾਲ ਉਹਨਾਂ ਨੇ ਇਹ ਮਾਮਲਾ ਵੀ ਉਭਾਰਿਆ ਹੈ ਕਿ ਲੋਕਾਂ ਦੇ ਵਿੱਚ ਅਤੇ ਪਾਰਟੀ ਦੇ ਵਿਚਕਾਰ ਦਾ ਜਿਹੜਾ ਆਪਸੀ ਤਾਲਮੇਲ ਹੈ ਉਹ ਹੁਣ ਬਹੁਤ ਹੀ ਘੱਟ ਰਹਿ ਗਿਆ ਹੈ। ਇਹ ਇੱਕ ਨਵਾਂ ਮੁੱਦਾ ਕਾਂਗਰਸ ਪਾਰਟੀ ਦੇ ਵਿਚਕਾਰ ਹੀ, ਅੰਦਰ ਹੀ ਜਿਹੜਾ ਹੈ ਹੁਣ ਉੱਭਰਦਾ ਨਜ਼ਰ ਆ ਰਿਹਾ ਹੈ। ਕਾਂਗਰਸ ਦੇ ਵਿੱਚ ਵਾਕਈ ਸਭ ਕੁਝ ਠੀਕ ਤੇ ਹੈ ਨਹੀਂ। ਉਹ ਇੱਕ ਟਾਈਮ ਹੁੰਦਾ ਸੀਗਾ ਜਦ ਕਾਂਗਰਸ ਤਕਰੀਬਨ ਸਾਰੇ ਰਾਜਾਂ ਦੇ ਵਿੱਚ ਜੀ ਵੱਡੀ ਪਾਰਟੀ ਨਹੀਂ ਬਲਕਿ ਸਰਕਾਰ ਬਣਾ ਕੇ ਬੈਠੀ ਸੀਗੀ। ਬਿਲਕੁਲ ਹੌਲੇ ਹੌਲੇ ਕਰਕੇ ਤੁਸੀਂ ਬਿਹਾਰ ਤੋਂ ਲੈ ਕੇ ਤਮਿਲਨਾਡੂ ਕਹਿ ਲਓ ਜਾਂ ਕੇਰਲਾ ਕਹਿ ਲਓ ਜਾਂ ਫਿਰ ਮੱਧ ਪ੍ਰਦੇਸ਼, ਇਹਨਾਂ ਸਾਰਿਆਂ ਸੂਬਿਆਂ ਦੇ ਵਿੱਚ ਕਾਂਗਰਸ ਦਾ ਤਕਰੀਬਨ ਸੁਪੜਾ ਸਾਫ਼ ਹੋਇਆ। ਹੁਣੇ ਹੀ ਬਿਹਾਰ ਦੇ ਵਿੱਚ ਇਲੈਕਸ਼ਨ ਹੋਏ, ਕਾਂਗਰਸ 70 ਸੀਟਾਂ ਦੇ ਉੱਤੇ ਇਲੈਕਸ਼ਨ ਲੜੀ, 70 ਵਿੱਚੋਂ ਜਿੱਤੀ ਕਿੰਨੀ? 19, ਔਰ ਪਹਿਲੇ ਉਹ 27 ਜਿੱਤੀ ਸੀ, ਯਾਨੀ 8 ਸੀਟਾਂ ਦਾ ਨੁਕਸਾਨ। ਜਦ ਕਿ ਕਾਂਗਰਸ ਔਰ ਕਾਂਗਰਸ ਦੇ ਆਗੂ ਵੀ ਇਸ ਗੱਲ ਨੂੰ ਮੰਨਦੇ ਨੇ ਕਿ ਉਹਨਾਂ ਨੇ ਆਪਣੀ ਔਕਾਤ ਤੋਂ ਜ਼ਿਆਦਾ ਸੀਟਾਂ ਲੜੀ ਸੀਗੀ। ਯਾਨੀ ਹੁਣ ਇਹ ਜਿਹੜੇ ਲੀਡਰ ਨੇ, ਗੁਲਾਮ ਨਬੀ ਆਜ਼ਾਦ ਦੀ ਗੱਲ ਤੁਸੀਂ ਕੀਤੀ ਹੈ, ਉਹ ਕਹਿੰਦੇ ਨੇ ਕਿ ਇੱਕ ਨਵਾਂ ਮੁੰਡਾ ਜਿਹੜਾ ਹੈਗਾ, ਯਾਨੀ ਰਾਹੁਲ ਗਾਂਧੀ ਨੂੰ ਰੈਫਰ ਕਰਦੇ ਹੋਏ ਉਹਨੇ ਕਿਹਾ ਇਹ ਨया ਲੜਕਾ ਹੈ, ਇਸਕੇ ਬਸ का, ਜਾਂ ਜੋ ਵੀ ਇੱਕ ਆਪਣੇ ਪਾਰਟੀ ਦੇ ਫਾਰਮਰ ਪ੍ਰੈਜ਼ੀਡੈਂਟ ਨੂੰ ਨਵਾਂ ਮੁੰਡਾ ਕਹਿ ਕੇ ਬੁਲਾਉਣ ਦੀ ਹਿੰਮਤ ਕਾਂਗਰਸ ਵਿੱਚ ਰਹਿ ਕੇ ਅਗਰ ਕੋਈ ਸੀਨੀਅਰ ਆਗੂ ਕਰਦਾ ਹੈ ਤੇ ਤੁਸੀਂ ਇਹ ਸਮਝ ਲਓ ਕਿ ਘਰ ਵਿੱਚ ਸਾਰਾ ਕੁਝ ਵਿਗੜਿਆ ਹੋਇਆ ਹੈ। ਔਰ ਕਪਿਲ ਸਿੱਬਲ ਤੋਂ ਲੈ ਕੇ ਆਨੰਦ ਸ਼ਰਮਾ ਤੋਂ ਲੈ ਕੇ ਪੀ ਚਿਦੰਬਰਮ ਜਾਂ ਫਿਰ ਹੁਣ ਗੁਲਾਮ ਨਬੀ ਆਜ਼ਾਦ ਜਾਂ ਹੋਰ ਵੀ ਇਸ ਤਰ੍ਹਾਂ ਦੇ ਕਈ ਆਗੂ ਹੈ, ਉਹਨਾਂ ਨੇ ਆਵਾਜ਼ ਪਾਰਟੀ ਦੀ ਲੀਡਰਸ਼ਿਪ ਦੇ ਖਿਲਾਫ ਚੱਕੀ ਹੈ ਔਰ ਡਿਮਾਂਡ ਇਹ ਕੀਤੀ ਹੈ ਕਿ ਪਾਰਟੀ ਦੇ ਵਿੱਚ ਆਤਮ ਚਿੰਤਨ ਦੀ ਲੋੜ ਹੈਗੀ ਹੈ। ਕੁਝ ਪੁਨਰਗਠਨ ਦੀ ਵੀ ਡਿਮਾਂਡ ਕਰਦੇ ਨੇ ਕਿ ਇਹ ਇੱਕ ਰੀਆਰਗਨਾਈਜ਼ ਕਰਨੀ ਚਾਹੀਦੀ ਹੈ ਪਾਰਟੀ। ਪਰ ਹੁਣ ਪ੍ਰਧਾਨ ਕਿਹਨੂੰ ਬਣਾਉਣ? ਕਿਉਂਕਿ ਜਿੰਨੇ ਵੀ ਆਗੂ ਹੈਗੇ ਹੈ ਇਹ ਸਾਰੇ ਇੱਕੋ ਹੀ ਛਤਰੀ ਥੱਲੇ ਇਕੱਠੇ ਹੋ ਸਕਦੇ ਆ, ਗਾਂਧੀ ਪਰਿਵਾਰ ਦੇ। ਜੇ ਕਿਤੇ ਗਾਂਧੀ ਪਰਿਵਾਰ ਦੀ ਛਤਰੀ ਕਾਂਗਰਸ ਤੋਂ ਹਟਾ ਲਈ ਜਾਏ ਤੇ ਫਿਰ ਇਹ ਜਿਹੜੇ ਲੀਡਰ ਅੱਜ ਆਵਾਜ਼ ਉਠਾ ਰਹੇ ਨੇ ਇਹ ਸਾਰੇ ਆਪਸ ਵਿੱਚ ਹੀ ਲੜ ਕੇ ਮਤਲਬ ਖੂਨੋ ਖੂਨ ਵੀ ਹੋ ਸਕਦੇ ਨੇ ਕਿ ਵੀ ਅਸੀਂ ਪ੍ਰਧਾਨ ਬਣਾਂਗੇ। ਇੱਦਾਂ ਦੇ ਹਾਲਾਤ ਵਿੱਚ ਹੁਣ ਕਿਉਂਕਿ ਕਾਂਗਰਸ ਦੀ ਕਮਾਨ ਹਜੇ ਵੀ ਗਾਂਧੀ ਪਰਿਵਾਰ ਦੇ ਕੋਲ ਹੈਗੀ ਹੈ, ਉਹਨਾਂ ਨੂੰ ਹੀ ਕੋਈ ਅੱਗੇ ਵੱਧ ਕੇ ਇਸ ਗੱਲ ਦਾ ਸੋਲੂਸ਼ਨ ਲੱਭਣਾ ਪਏਗਾ। ਕਿਉਂਕਿ ਕੁਝ ਲੀਡਰਾਂ ਨੂੰ ਚੁੱਪ ਕਰਾਉਣ ਵਾਸਤੇ ਉਹਨਾਂ ਨੂੰ ਇੰਪੋਰਟੈਂਟ ਜਾਂ ਵਰਕਿੰਗ ਕਮੇਟੀ ਤੋਂ ਹਟਾ ਦੇਣਾ ਇਹ ਕੋਈ ਸੋਲੂਸ਼ਨ ਨਹੀਂ ਹੈਗਾ। ਅਗਰ ਇਸ ਤਰੀਕੇ ਦੀ ਮੰਗ ਉੱਠੀ ਹੈ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਤੇ ਉਹਨੂੰ ਸ਼ਾਂਤ ਕਰਨਾ ਔਰ ਉਹਨੂੰ ਐਡਰੈਸ ਕਰਨਾ ਉਹ ਕਿਸੇ ਵੀ ਪਾਰਟੀ ਦੀ ਲੀਡਰਸ਼ਿਪ ਵਾਸਤੇ ਬਹੁਤ ਜ਼ਰੂਰੀ ਹੁੰਦਾ ਹੈ। ਤੁਸੀਂ ਚੁੱਪ ਕਰਾਉਣ ਵਾਸਤੇ ਬੰਦੇ ਨੂੰ ਬਾਹਰ ਕੱਢ ਦਿਓ, ਇਹ ਗੱਲ ਹੁਣ ਕਾਮਯਾਬ ਨਹੀਂ ਹੈ ਔਰ ਖਾਸ ਕਰਕੇ ਕਾਂਗਰਸ ਦੇ ਵਾਸਤੇ ਤੇ ਇਹ ਗੱਲ ਬਿਲਕੁਲ ਵੀ ਫੰਕਸ਼ਨਲ ਨਹੀਂ ਹੋ ਸਕਦੀ ਕਿ ਕੋਈ ਬੋਲਿਆ ਤੇ ਉਹਨੂੰ ਬਾਹਰ ਕੱਢ ਦਿਓ, ਕਿਉਂਕਿ ਕਾਂਗਰਸ ਦੀ ਹਾਲਤ ਵਾਕਈ ਕਮਜ਼ੋਰ ਹੈਗੀ ਹੈ। ਪੰਜਾਬ ਇੱਕ ਇਸ ਤਰ੍ਹਾਂ ਦਾ ਸੂਬਾ ਹੈ ਜਿਹਦੇ ਵਿੱਚ ਕਾਂਗਰਸ ਦੀ ਸਰਕਾਰ ਬਣੀ, ਪਰ ਪੰਜਾਬ ਦੇ ਵਿੱਚ ਵੀ ਦੇਖ ਲਓ ਜਿਸ ਤਰੀਕੇ ਨਾਲ ਡਿਵੀਜ਼ਨ ਹੈਗਾ, ਭਾਵੇਂ ਉਹ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਰਿਲੇਸ਼ਨਸ਼ਿਪ ਹੋਣ, ਤੇ ਇਸ ਮੁੱਦੇ ਦੇ ਉੱਤੇ ਅੱਗੇ ਚੱਲ ਕੇ ਕਾਂਗਰਸ ਦਾ ਕੋਈ ਫੈਸਲਾ ਨਾ ਲੈ ਸਕਣਾ ਉਹ ਆਪਣੇ ਆਪ ਵਿੱਚ ਇੰਡੀਕੇਟ ਕਰਦਾ ਹੈ ਕਿ ਕਾਂਗਰਸ ਦੀ ਲੀਡਰਸ਼ਿਪ ਦੇ ਵਿੱਚ ਕਿਸੇ ਨਾ ਕਿਸੇ ਜਗ੍ਹਾ ਵੀਕਨੈਸ ਹੈਗੀ ਹੈ ਔਰ ਕੋਈ ਵੀ ਫੈਸਲਾ ਲੈਣ ਤੋਂ ਉਹ ਡਿਲੇ ਟੈਕਟਿਕਸ ਅਪਣਾ ਰਹੇ ਨੇ ਕਿ ਵੀ ਹਜੇ ਕੋਈ ਫੈਸਲਾ ਨਾ ਲਓ ਕਿਉਂਕਿ ਅਸੀਂ ਵੀਕ ਹਾਂ। ਔਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ, ਹਾਲਾਂਕਿ ਰਾਹੁਲ ਗਾਂਧੀ ਨੂੰ ਤੁਹਾਨੂੰ ਯਾਦ ਹੋਏਗਾ 2017 ਦੇ ਵਿੱਚ ਇੱਕ ਤਰੀਕੇ ਨਾਲ ਧਮਕੀ ਟਾਈਪ ਦੇ ਦਿੱਤੀ ਸੀਗੀ ਕਿ ਜੇ ਤੁਸੀਂ ਮੈਨੂੰ ਪ੍ਰਧਾਨ ਨਹੀਂ ਬਣਾਉਂਦੇ, ਜੇ ਤੁਸੀਂ ਮੈਨੂੰ ਪੀਪੀਸੀਸੀ ਪ੍ਰਧਾਨ ਨਹੀਂ ਬਣਾਉਂਦੇ ਤੇ ਫਿਰ ਮੈਂ ਚਲਿਆ ਮਤਲਬ ਉਹਨਾਂ ਨੇ ਤੇ ਤਕਰੀਬਨ ਤਿਆਰੀ ਵੀ ਕਰ ਲਈ ਸੀਗੀ ਆਪਣੀ ਇੱਕ ਪੋਲੀਟੀਕਲ ਪਾਰਟੀ ਬਣਾਉਣ ਦੀ ਔਰ ਇੱਥੇ ਤੱਕ ਕਿ ਬੀਜੇਪੀ ਦੇ ਨਾਲ ਅਲਾਈਅੰਸ ਦੀ ਵੀ ਗੱਲਾਂ ਚੱਲਦੀ ਸੀ। ਪਰ ਉਸ ਤੋਂ ਬਾਵਜੂਦ ਵੀ ਕਾਂਗਰਸ ਲੀਡਰਸ਼ਿਪ ਵੀਕ ਹੋਣਾ ਇਸ ਗੱਲ ਤੋਂ ਇੰਡੀਕੇਟ ਹੁੰਦਾ ਹੈ ਕਿ ਕਾਂਗਰਸ ਹਾਈ ਕਮਾਂਡ, ਇਵਨ ਰਾਹੁਲ ਗਾਂਧੀ ਉਹਨਾਂ ਨੇ
ਇਸ ਗੱਲ ਨੂੰ ਮੰਨਿਆ ਔਰ ਕੈਪਟਨ ਸਾਹਿਬ ਨੂੰ ਪੀਪੀਸੀਸੀ ਪ੍ਰਧਾਨ ਤੇ ਮੁੱਖ ਮੰਤਰੀ ਦੀ ਕੁਰਸੀ ਤੋਂ ਨਵਾਜ਼ਿਆ। ਪਰ ਉਹ ਜਿਹੜੀ ਲੜਾਈ ਹੈ ਜੀ, ਨਵਜੋਤ ਸਿੰਘ ਸਿੱਧੂ ਉਹਨਾਂ ਦਾ ਅਸੀਂ ਜ਼ਿਕਰ ਕਰਕੇ ਹਟੇ ਹਾਂ, ਇਸ ਲੜਾਈ ਦੇ ਉੱਤੇ ਫੈਸਲਾ ਲੈਣ ਦੇ ਵਿੱਚ ਹਾਈ ਕਮਾਨ ਹਜੇ ਗੁਰੇਜ਼ ਕਰ ਰਹੀ ਹੈ। ਉਹ ਇਸ ਕਰਕੇ ਕਿ ਉਹ ਵੀਕ ਹੈਗੀ ਜੀ। ਹੁਣ ਅਸੀਂ ਰੁਖ ਕਰਦੇ ਹਾਂ ਮੁੰਬਈ ਦੇ ਵੱਲ। ਮਸ਼ਹੂਰ ਅਦਾਕਾਰਾ, ਕਾਮੇਡੀ ਅਦਾਕਾਰਾ ਭਾਰਤੀ ਦੇ ਘਰੋਂ ਗਾਂਜਾ ਮਿਲਣ ਤੋਂ ਬਾਅਦ 12 ਘੰਟੇ ਉਹਨਾਂ ਤੋਂ ਪੁੱਛਗਿੱਛ ਜਿਹੜੀ ਸੀ ਉਹ ਕੀਤੀ ਗਈ ਐਨਸੀਬੀ ਵੱਲੋਂ, ਤੇ ਨਾਲ ਹੀ ਨਾਲ ਇਸ ਤੋਂ ਬਾਅਦ ਉਹਨਾਂ ਨੂੰ ਪੁੱਛਗਿੱਛ ਕਰਨ ਤੋਂ ਬਾਅਦ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਰਾਜੀਵ ਜੀ, ਆਏ ਦਿਨ ਹੁਣ ਬਾਲੀਵੁੱਡ ਤੇ ਡਰੱਗਸ, ਇਹਨਾਂ ਦਾ ਜਿਹੜਾ ਆਪਸੀ ਰਿਸ਼ਤਾ ਜਿਸ ਤਰ੍ਹਾਂ ਦਾ ਉੱਭਰ ਕੇ ਸਾਹਮਣੇ ਆ ਰਿਹਾ ਹੈ, ਆਏ ਦਿਨ ਨਵੇਂ ਕੇਸ ਵੱਡੇ ਵੱਡੇ ਕਲਾਕਾਰਾਂ ਦੇ, ਅਦਾਕਾਰਾਂ ਦੇ ਇਸ ਨਾਲ ਜੁੜਦੇ ਨਜ਼ਰ ਆ ਰਹੇ ਨੇ, ਨਾਮ ਜੁੜਦੇ ਨਜ਼ਰ ਆ ਰਹੇ ਨੇ। ਇਹ ਪੂਰੀ ਸਥਿਤੀ ਜਿਹੋ ਜਿਹੀ ਬਣਦੀ ਨਜ਼ਰ ਆ ਰਹੀ ਹੈ, ਉਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬਾਲੀਵੁੱਡ ਔਰ ਨਸ਼ਾ, ਹੁਣ ਜ਼ਿਆਦਾਤਰ ਨਸ਼ਾ ਲੈਣ ਵਾਲਿਆਂ ਦਾ ਤੁਸੀਂ ਸਰਵੇ ਕਰਕੇ ਦੇਖੋ ਤੇ ਉਹ ਡਿਪਰੈਸ਼ਨ ਦੇ ਵਿੱਚ ਨਸ਼ਾ ਲੈਂਦੇ ਨੇ ਜੀ। ਬਾਲੀਵੁੱਡ ਦੇ ਵਿੱਚ ਕਿਦਾਂ ਦਾ ਡਿਪਰੈਸ਼ਨ, ਹੁਣ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਉਹ ਵੀ ਡਿਪਰੈਸ ਸੀਗੇ ਜੀ। ਉਸ ਤੋਂ ਬਾਅਦ ਹੋਰ ਵੀ ਕਈ ਕਲਾਕਾਰਾਂ ਦੀ ਸੁਸਾਈਡ ਦੀ ਖਬਰਾਂ ਛਪੀਆਂ ਔਰ ਹੁਣੇ ਬਸਰਾ ਸਾਹਿਬ ਜਿਹੜੇ ਸੀਗੇ ਉਹਨਾਂ ਨੇ ਵੀ ਸੁਸਾਈਡ ਕੀਤੀ ਔਰ ਉਹਨਾਂ ਦੇ ਬਾਰੇ ਚ ਵੀ ਇਹ ਕਿਹਾ ਜਾ ਰਿਹਾ ਕਿ ਉਹ ਡਿਪਰੈਸ਼ਨ ਵਿੱਚ ਸੀਗੇ। ਹੁਣ ਭਾਰਤੀ ਸਿੰਘ ਦਾ ਡਰੱਗ ਲੈਣਾ, ਉਸ ਤੋਂ ਪਹਿਲੇ ਦੀਪਿਕਾ ਪਾਦੂਕੋਨੇ, ਉਹਨਾਂ ਦਾ ਵੀ ਜਿਹੜਾ ਡਰੱਗ ਲੈਣ ਦੀ ਖਬਰਾਂ ਜਾਂ ਉਸ ਦੀ ਪੁਸ਼ਟੀ ਕਿੰਨੀ ਕੁ ਹੋਈ ਹਜੇ ਐ ਤਾਂ ਨਹੀਂ ਕਹਿ ਸਕਦੇ, ਪਰ ਇਹ ਗੱਲਾਂ ਛਪੀਆਂ ਜੀ। ਬਾਲੀਵੁੱਡ ਔਰ ਡਰੱਗ ਦਾ ਇਹ ਰਿਸ਼ਤਾ ਜਿਹਦੇ ਉੱਤੇ ਹੁਣ ਤਿਆਰੀ ਹੈ ਕਿ ਇੱਕ ਤਰੀਕੇ ਨਾਲ ਨੱਥ ਪਾਉਣ ਦੀ, ਲੇਕਿਨ ਇਹ ਰਿਸ਼ਤਾ ਕਿੱਥੇ ਜਾਏਗਾ ਔਰ ਇਹ ਰਿਸ਼ਤਾ ਕਿਉਂ ਹੈ, ਇਹਦਾ ਆਪਣੇ ਆਪ ਵਿੱਚ ਇਨਵੈਸਟੀਗੇਸ਼ਨ ਕਰਨੀ ਬਹੁਤ ਜ਼ਰੂਰੀ ਹੈ। ਭਾਰਤੀ ਸਿੰਘ ਔਰ ਉਹਦੇ ਪਤੀ ਦਾ ਡਰੱਗ ਲੈਣ ਦਾ ਆਪਣੇ ਆਪ ਵਿੱਚ ਮੰਨਣਾ ਔਰ ਉਹਨਾਂ ਕੋਲੋਂ ਗਾਂਜੇ ਦੀ ਰਿਕਵਰੀ ਹੋਣਾ, ਇਹ ਆਪਣੇ ਆਪ ਵਿੱਚ ਬਾਲੀਵੁੱਡ ਦੇ ਵਿੱਚ ਨਸ਼ਾ ਕਿਸ ਕਦਰ ਫੈਲਿਆ ਹੋਇਆ ਹੈ ਇਸ ਗੱਲ ਨੂੰ ਇੰਡੀਕੇਟ ਕਰਦਾ। ਔਰ ਇਸ ਗੱਲ ਨੂੰ ਅੱਗੇ ਤੱਕ ਲੈ ਕੇ ਜਾ ਕੇ ਕੋਈ ਵੀ ਅਗਰ ਕਿਸੇ ਵੀ ਤਰੀਕੇ ਦੇ ਨਾਲ ਨਸ਼ੇ ਦੇ ਨਾਲ ਕਨੈਕਟਡ ਹੈਗਾ, ਉਹਨੂੰ ਫੜਨਾ, ਉਹਨੂੰ ਉਹਦੇ ਖਿਲਾਫ ਕਾਰਵਾਈ ਕਰਨਾ ਉਹ ਬਹੁਤ ਜ਼ਰੂਰੀ ਹੈ। ਔਰ ਇਹ ਵੀ ਕੇਸ ਜਿਹੜਾ ਹੈਗਾ ਉਹ ਲੌਜੀਕਲ ਕਨਕਲੂਜਨ ਤੇ ਲੈ ਕੇ ਜਾਣਾ ਚਾਹੀਦਾ ਹੈ। ਇਹ ਸਿਰਫ ਭਾਰਤੀ ਸਿੰਘ ਦੀ ਗੱਲ ਨਹੀਂ ਹੈ, ਬਾਲੀਵੁੱਡ ਦੇ ਵਿੱਚ ਨਸ਼ਾ ਕਿਸ ਕਦਰ ਕਿੱਥੇ ਤੱਕ ਫੈਲਿਆ ਹੋਇਆ ਹੈ, ਇਹ ਸਾਰਾ ਇੱਕ ਨੈਟਵਰਕ ਜਾਂ ਨੈਕਸਸ ਐਕਸਪੋਜ਼ ਕਰਨ ਦੀ ਲੋੜ ਹੈ ਜੀ। ਔਰ ਇਸ ਦੇ ਵਿੱਚ ਅੰਡਰਵਰਲਡ ਦੇ ਨਾਲ ਫਿਰ ਜੁੜੇ ਜਿਹੜੇ ਅਗਲੇ ਤਾਰ ਨੇ ਉਹ ਵੀ ਸਾਹਮਣੇ ਆਉਂਦੇ ਨੇ ਸਾਡੇ। ਤੁਸੀਂ ਇਹ ਦੇਖੋ ਕਿ ਕੁਝ ਸਾਲ ਪਹਿਲੇ, ਕੁਝ ਸਾਲ ਨਹੀਂ ਕਰੀਬ 20-25 ਸਾਲ ਪਹਿਲੇ ਅੰਡਰਵਰਲਡ ਔਰ ਬਾਲੀਵੁੱਡ ਦਾ ਰਿਸ਼ਤਾ ਬੜਾ ਐਕਸਪੋਜ਼ ਹੋਇਆ ਸੀ ਜੀ। ਇੱਕ ਟਾਈਮ ਤੇ ਆਮ ਲੋਕਾਂ 'ਚ ਇਹ ਗੱਲ ਸੀ ਵੀ ਦਾਊਦ ਦਾ ਰਿਸ਼ਤਾ ਫਲਾਨੀ ਫਿਲਮ ਨਾਲ ਹੈਗਾ ਜਾਂ ਫਲਾਨੀ ਫਿਲਮ ਦੇ ਵਿੱਚ ਅੰਡਰਵਰਲਡ ਦਾ ਪੈਸਾ ਲੱਗਿਆ, ਉਹ ਗੱਲਾਂ ਘੱਟ ਹੋਈ ਔਰ ਅੱਜ ਡਰੱਗ ਦੀ ਗੱਲਾਂ ਬੜੀ ਆਮ ਹੋ ਗਈ। ਇਸ ਗੱਲ ਦਾ ਵੀ ਐਕਸਪੋਜ਼ਰ ਬਹੁਤ, ਮਤਲਬ ਐਕਸਪੋਜ਼ ਕਰਨਾ ਇਸ ਗੱਲ ਨੂੰ ਵੀ ਬਹੁਤ ਜ਼ਰੂਰੀ ਹੈਗਾ ਜੀ। ਰਾਜੀਵ ਭਾਸਕਰ ਜੀ, ਖਾਸ ਖਬਰ ਇੱਕ ਨਜ਼ਰ ਦਾ ਸਮਾਂ ਹੁਣ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਸਾਡੇ ਸਟੂਡੀਓ ਵਿੱਚ ਆਏ, ਇੰਨੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਨਮਸਕਾਰ।